Hello students. Sindinder from Department of Economics, GDST College, Haryana, Hushiyarpur. ਅੱਜ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਥਿਊਰੀ ਆਫ ਕਮਰਸ਼ੀਅਲ ਪਾਲਿਸੀ, ਫ੍ਰੀ ਟ੍ਰੇਡ ਐਂਡ ਪ੍ਰੋਟੈਕਸ਼ਨ। ਟੌਪਿਕ ਸ਼ੁਰੂ ਕਰਾਂਗੇ ਥਿਊਰੀ ਆਫ ਕਮਰਸ਼ੀਅਲ ਪਾਲਿਸੀ, ਫ੍ਰੀ ਟ੍ਰੇਡ ਐਂਡ ਪ੍ਰੋਟੈਕਸ਼ਨ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਫ੍ਰੀ ਟ੍ਰੇਡ ਕੀ ਹੈ, ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਪ੍ਰੋਟੈਕਸ਼ਨ ਕੀ ਹੈ, ਫਿਰ ਫ੍ਰੀ ਟ੍ਰੇਡ ਅਤੇ ਪ੍ਰੋਟੈਕਸ਼ਨ ਦੇ ਫੇਵਰ ਦੇ ਵਿੱਚ ਜਿਹੜੇ ਇਕੋਨਮਿਸਟਸ ਆਪਣੇ ਆਪਣੇ ਵਿਊਜ਼ ਰੱਖਦੇ ਆ ਉਹਨਾਂ ਦੀ ਗੱਲ ਕਰਾਂਗੇ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਪ੍ਰੋਟੈਕਸ਼ਨ ਪਾਲਿਸੀ ਜਿਹੜੀ ਆ ਉਹ ਅਤੇ ਫ੍ਰੀ ਟ੍ਰੇਡ ਇਹ ਦੋਨੋਂ ਇੱਕ ਦੂਸਰੇ ਦੇ ਆਪੋਜ਼ਿਟ ਹੈਗੇ ਆ। ਕਿ ਜਦੋਂ ਤੁਹਾਡਾ ਇੰਟਰਨੈਸ਼ਨਲ ਟ੍ਰੇਡ ਹੋਏਗਾ, ਟ੍ਰੇਡ ਜਿਹੜਾ ਦੋ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਟ੍ਰੇਡ ਹੋਏਗਾ, ਜਾਂ ਤਾਂ ਉਹ ਫ੍ਰੀ ਟ੍ਰੇਡ ਹੋਏਗਾ, ਮੀਨਸ ਉਹਦੇ 'ਤੇ ਕੋਈ ਵੀ ਕੰਟਰੋਲ ਨਹੀਂ ਹੋਏਗਾ, ਜਾਂ ਫਿਰ ਉਹ ਪ੍ਰੋਟੈਕਸ਼ਨ ਵਾਲੀ ਪਾਲਿਸੀ ਹੋਏਗੀ ਜਿਹਦੇ ਵਿੱਚ ਫਿਰ ਬਹੁਤ ਸਾਰੀਆਂ ਰੋਕਾਂ ਵੀ ਹੋ ਸਕਦੀਆਂ ਆ, ਬਹੁਤ ਸਾਰੇ ਟੈਕਸ ਬੈਰੀਅਰਸ ਹੋ ਸਕਦੇ ਆ, ਬਹੁਤ ਸਾਰੀਆਂ ਡਿਊਟੀਜ਼ ਜਿਹੜੀਆਂ ਉਹ ਲੱਗ ਸਕਦੀਆਂ, ਕੋਟਾ ਫਿਕਸ ਕੀਤਾ ਜਾ ਸਕਦਾ। ਡਿਟੇਲ 'ਚ ਕਰਾਂਗੇ। ਸਭ ਤੋਂ ਪਹਿਲਾਂ ਫ੍ਰੀ ਟ੍ਰੇਡ ਕੀ ਹੈ। ਫ੍ਰੀ ਟ੍ਰੇਡ ਇਜ਼ ਅ ਪਾਲਿਸੀ which does not impose any barrier on the exchange of goods and services between different countries। ਮੀਨਸ ਦੋ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਜਦੋਂ ਕੋਈ ਟ੍ਰੇਡ ਹੁੰਦਾ ਆ, ਜਦੋਂ ਇੰਟਰਨੈਸ਼ਨਲ ਟ੍ਰੇਡ ਹੁੰਦਾ ਹੈ, ਇੰਪੋਰਟ ਅਤੇ ਐਕਸਪੋਰਟ ਹੁੰਦਾ, ਜਦੋਂ ਉਹਨਾਂ ਦੇ ਵਿੱਚ ਕੋਈ ਵੀ ਉਹਨਾਂ ਦੇ ਉੱਤੇ ਬੈਰੀਅਰ ਨਹੀਂ ਹੁੰਦਾ, ਕੋਈ ਵੀ ਉਹਨਾਂ ਦੇ ਉੱਤੇ ਕੰਟਰੋਲ ਨਹੀਂ ਹੁੰਦਾ, ਕੋਈ ਵੀ ਰੋਕ ਨਹੀਂ ਹੁੰਦੀ, ਉਸਨੂੰ ਅਸੀਂ ਫ੍ਰੀ ਟ੍ਰੇਡ ਕਹਿੰਦੇ ਹਾਂ। ਉਹਦੇ ਵਿੱਚ ਬਿਨਾਂ ਕਿਸੇ ਵੀ ਦਖਲਅੰਦਾਜ਼ੀ ਤੋਂ ਸਰਕਾਰਾਂ ਦੀ ਕਿਸੇ ਵੀ ਦਖਲਅੰਦਾਜ਼ੀ ਤੋਂ ਤੁਸੀਂ ਟ੍ਰੇਡ ਜਿਹੜਾ ਉਹ ਕਰ ਸਕਦੇ ਹੁੰਦੇ ਆ। ਉਹਦੇ 'ਤੇ ਨਾ ਤਾਂ ਕੋਈ ਡਿਊਟੀ ਹੁੰਦੀ ਆ, ਨਾ ਕੋਈ ਟੈਕਸ ਜਾਂ ਪ੍ਰਤੀਬੰਧ ਹੁੰਦਾ ਆ, ਅਤੇ ਸਭ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੀਆਂ ਇੰਪੋਰਟ ਅਤੇ ਐਕਸਪੋਰਟ ਦੇ ਉੱਤੇ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਤੋਂ ਛੂਟ ਹੁੰਦੀ ਹੈ। ਹੁਣ ਕੀ ਟ੍ਰੇਡ ਇਸ ਤਰ੍ਹਾਂ ਹੋਣਾ ਚਾਹੀਦਾ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਤੋਂ, ਬਿਨਾਂ ਕਿਸੇ ਰੋਕ ਟੋਕ ਤੋਂ ਜਿਹੜਾ ਕੀ ਟ੍ਰੇਡ ਹੋਣਾ ਚਾਹੀਦਾ। ਇਹਦੇ ਵਿੱਚ ਇਹ ਹੈ ਕਿ ਜਦੋਂ ਇੰਪੋਰਟ ਕੀਤਾ ਜਾਂਦਾ ਜਾਂ ਐਕਸਪੋਰਟ ਕੀਤਾ ਜਾਂਦਾ, ਕੋਈ ਵੀ ਟੈਕਸ ਨਹੀਂ ਲਗਾਇਆ ਜਾਂਦਾ, ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਕੋਟਾ ਨਹੀਂ ਫਿਕਸ ਕੀਤਾ ਜਾਂਦਾ। ਅਤੇ ਕੀ ਇਸ ਤਰ੍ਹਾਂ ਦਾ ਇਹ ਭਾਰ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜੇ ਫੇਵਰ ਦੇ ਵਿੱਚ ਆਰਗੂਮੈਂਟਸ ਆ ਉਹ ਆਪਾਂ ਕਰਾਂਗੇ। ਆਰਗੂਮੈਂਟਸ ਇਨ ਫੇਵਰ ਆਫ ਫ੍ਰੀ ਟ੍ਰੇਡ। ਐਡਮ ਸਮਿਥ, JS ਮਿਲ ਵਰਗੇ ਇਕੋਨਮਿਸਟ ਜਿਹੜੇ ਆ ਉਹ ਕਹਿੰਦੇ ਆ ਕਿ ਫ੍ਰੀ ਟ੍ਰੇਡ ਹੋਣਾ ਚਾਹੀਦਾ ਆ, ਕਿਉਂਕਿ ਇਹਦੇ ਨਾਲ ਸਿਰਫ ਉਸ ਪਾਰਟੀਕੂਲਰ ਕੰਟਰੀ ਨੂੰ ਹੀ ਨਹੀਂ ਬਲਕਿ ਪੂਰੇ ਵਰਲਡ ਨੂੰ ਜਿਹੜਾ ਇਸ ਦਾ ਲਾਭ ਹੁੰਦਾ ਹੈ। ਉਹ ਕਹਿੰਦੇ ਆ ਕਿ ਫ੍ਰੀ ਟ੍ਰੇਡ ਇਜ਼ ਦਾ ਬੈਸਟ ਪਾਲਿਸੀ। ਨਿਕਲਸਨ ਨੇ ਕਿਹਾ ਸੀਗਾ ਕਿ ਬਹੁਤ ਵਧੀਆ ਪਾਲਿਸੀ ਹੈਗੀ ਆ, ਕਿਉਂਕਿ ਸਭ ਤੋਂ ਪਹਿਲਾਂ ਉਹ ਇਹ ਕਹਿੰਦੇ ਕਿ ਮੈਕਸੀਮਾਈਜੇਸ਼ਨ ਆਫ ਆਊਟਪੁੱਟ, ਕਿ ਜਦੋਂ ਤੁਸੀਂ ਕੋਈ ਚੀਜ਼ ਬਹੁਤ ਸਸਤੀ ਕੋਈ ਕੰਟਰੀ ਪ੍ਰੋਡਿਊਸ ਕਰਦੀ, ਕਿਉਂਕਿ ਆਪਾਂ ਜਦੋਂ ਫ੍ਰੀ ਟ੍ਰੇਡ ਦੀਆਂ ਪਾਲਿਸੀਜ਼ ਕਰ ਲਏ, ਥਿਊਰੀਜ਼ ਕੀਤੀਆਂ, ਉਹਦੇ ਕੰਸੈਪਟ ਕੀਤੇ, ਉਹਦੇ ਵਿੱਚ ਆਪਾਂ ਕੰਪੈਰੇਟਿਵ ਕੋਸਟ ਦਾ ਸਿਧਾਂਤ ਕੀਤਾ। ਜਿਹੜੀ ਚੀਜ਼ ਤੁਹਾਡੇ ਸਸਤੀ ਪ੍ਰੋਡਿਊਸ ਹੁੰਦੀ ਆ ਤੁਸੀਂ ਉਹਦੀ ਪ੍ਰੋਡਕਸ਼ਨ ਜ਼ਿਆਦਾ ਕਰੋਗੇ, ਅਤੇ ਜਿਹੜੀ ਦੂਸਰੀ ਕੰਟਰੀ 'ਚ ਸਸਤੀ ਪ੍ਰੋਡਿਊਸ ਹੁੰਦੀ ਉਹ ਉਹਦਾ ਪ੍ਰੋਡਕਸ਼ਨ ਕਰੂਗੀ ਅਤੇ ਤੁਸੀਂ ਇੰਪੋਰਟ ਐਕਸਪੋਰਟ ਕਰੋਗੇ। ਅਤੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਬਹੁਤ ਸਸਤੀ ਪ੍ਰੋਡਿਊਸ ਹੁੰਦੀ ਤੁਸੀਂ ਉਹਨੂੰ ਬਹੁਤ ਜ਼ਿਆਦਾ ਪ੍ਰੋਡਿਊਸ ਕਰ ਲਓਗੇ, ਉਹਦੇ ਨਾਲ ਤੁਹਾਡੀ ਜਿਹੜੀ ਆਊਟਪੁੱਟ ਆ ਉਹ ਮੈਕਸੀਮਮ ਜਿਹੜੀ ਉਹ ਪ੍ਰੋਡਿਊਸ ਹੋਏਗੀ। ਉਸ ਤੋਂ ਬਾਅਦ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਜਦੋਂ ਤੁਸੀਂ ਘੱਟ ਕਾਸਟ ਵਾਲਾ ਪ੍ਰੋਡਕਟ ਜਿਹੜਾ ਪ੍ਰੋਡਿਊਸ ਕਰੀ ਜਾਂਦੇ ਪਏ, ਉਹਦਾ ਮਤਲਬ ਜਿੰਨੇ ਰਿਸੋਰਸਿਸ ਤੁਹਾਡੇ ਕੋਲ ਹੈਗੇ ਆ, ਚਾਹੇ ਉਹ ਨੈਚੁਰਲ ਰਿਸੋਰਸਿਸ ਹੋਣ, ਚਾਹੇ ਹਿਊਮਨ ਜਿਹੜੀ ਫਿਜ਼ੀਕਲ ਲੇਬਰ ਹੋਵੇ ਤੁਹਾਡੇ ਕੋਲ, ਉਹ ਸਾਰਿਆਂ ਦਾ ਬੈਸਟ ਯੂਜ਼ ਜਿਹੜਾ ਉਹ ਹੁੰਦਾ। ਮਿਊਚੁਅਲੀ ਬੈਨੀਫੀਸ਼ੀਅਲ। ਫਿਰ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਇੰਪੋਰਟ ਐਕਸਪੋਰਟ ਕਰਦੇ ਆ, ਕਿਸੇ ਤਰ੍ਹਾਂ ਦਾ ਕੋਈ ਰੈਸਟ੍ਰਿਕਸ਼ਨਸ ਨਹੀਂ ਹੈਗੀਆਂ, ਅਤੇ ਇਹਦੇ ਨਾਲ ਇਕਨੋਮਿਕ ਵੈਲਫੇਅਰ ਦੇ ਵਿੱਚ ਵਾਧਾ ਹੋਏਗਾ, ਤਾਂ ਸਾਰਿਆਂ ਦੇ ਲਈ ਇਹ ਬੈਨੀਫੀਸ਼ੀਅਲ ਹੋਏਗਾ। ਟੈਰੀਟੋਰੀਅਲ ਡਿਵੀਜ਼ਨ ਆਫ ਲੇਬਰ। ਫਿਰ ਇਹ ਹੈ ਕਿ ਇਹਦੇ ਨਾਲ ਜਿਹੜੀ ਡਿਵੀਜ਼ਨ ਆਫ ਲੇਬਰ ਆ, ਖੇਤਰੀ ਕਿਰਤ ਵਿਭਾਜਨ, ਉਹ ਵੀ ਪੋਸੀਬਲ ਆ। ਉਹਨਾਂ ਦੀ ਲੈਂਡ, ਉਹਨਾਂ ਦੇ ਐਟਮੋਸਫੇਅਰ, ਉਹਨਾਂ ਦੇ ਨੈਚੁਰਲ ਰਿਸੋਰਸਿਸ ਦੀਆਂ ਜਿਹੜੀਆਂ ਕੁਦਰਤੀ ਸਹੂਲਤਾਂ ਉਹ ਸਾਨੂੰ ਪ੍ਰਾਪਤ ਹੁੰਦੀਆਂ ਇਹਦੇ ਵਿੱਚ। ਔਰ ਇਹਦੇ ਨਾਲ ਜਿਹੜੀ ਤੁਹਾਡੀ ਲੋਕਲ ਲੇਬਰ ਆ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਜਦੋਂ ਤੁਸੀਂ ਕਿਸੇ ਪਾਰਟੀਕੂਲਰ ਚੀਜ਼ ਨੂੰ ਜ਼ਿਆਦਾ ਪ੍ਰੋਡਿਊਸ ਕਰੀ ਜਾਂਦੇ ਹੋ, ਉਹਦੀ ਮੈਕਸੀਮਮ ਆਊਟਪੁੱਟ 'ਤੇ ਕਰ ਜਾਂਦੇ ਹੋ, ਜਿਹੜੇ ਲੇਬਰਰਸ ਹੁੰਦੇ ਆ ਉਹਨਾਂ ਦਾ ਬੈਸਟ ਯੂਜ਼ ਜਿਹੜਾ ਉਹ ਪੋਸੀਬਲ ਹੈ। ਉਸ ਤੋਂ ਬਾਅਦ ਐਫੀਸ਼ੀਐਂਟ ਐਂਟਰਪ੍ਰੇਨਿਓਰ। ਫਿਰ ਜਦੋਂ ਤੁਸੀਂ ਇੱਕ ਹੀ ਪ੍ਰੋਡਕਟ ਪ੍ਰੋਡਿਊਸ ਕਰੀ ਜਾਂਦੇ ਹੋ, ਘੱਟ ਕੋਸਟ 'ਤੇ ਪ੍ਰੋਡਿਊਸ ਕਰਦੇ ਹੋ, ਤਾਂ ਤੁਹਾਡੀ ਜਿਹੜੀ ਵਧੀਆ ਕੁਆਲਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ, ਵਧੀਆ ਟੈਕਨੀਕਸ ਤੁਸੀਂ ਉਹਦੇ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੇ ਹੋ। ਇਹਦੇ ਨਾਲ ਤੁਹਾਡੇ ਜਿਹੜੇ ਐਂਟਰਪ੍ਰੇਨਿਓਰਸ ਆ ਉਹ ਐਫੀਸ਼ੀਐਂਟ ਹੋ ਜਾਂਦੇ ਆ। ਇੰਟਰਨੈਸ਼ਨਲ ਕੋਆਪਰੇਸ਼ਨ। ਫਿਰ ਜਦੋਂ ਅਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹਾਂ ਬਿਨਾਂ ਕਿਸੇ ਰੋਕ ਟੋਕ ਤੋਂ ਕਰਦੇ ਹਾਂ, ਅਤੇ ਇਹਦੇ ਨਾਲ ਇੰਟਰਨੈਸ਼ਨਲ ਕੋਆਪਰੇਸ਼ਨ ਆ ਜਿਹੜੀ ਭਾਈਚਾਰਾ ਆ ਉਹ ਵੀ ਵੱਧਦਾ ਹੈ।
ਫਿਰ ਖੋਜਾਂ ਦੀ ਸੰਭਾਵਨਾ ਹੈ ਕਿ ਤੁਸੀਂ ਇੱਕ ਹੀ ਪ੍ਰੋਡਕਟ ਜਦੋਂ ਵਾਰ-ਵਾਰ ਪ੍ਰੋਡਿਊਸ ਕਰਨਾ ਹੈ ਤਾਂ ਫਿਰ ਉਹਦੇ ਵਿੱਚ ਤੁਸੀਂ ਨਿਊ ਜਿਹੜੀਆਂ ਇਨਵੈਂਸ਼ਨਸ ਆ ਜਿਹੜੀਆਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ। ਫਿਰ ਜਦੋਂ ਤੁਸੀਂ ਇੰਟਰਨੈਸ਼ਨਲ ਟਰੇਡ ਕਰਦੇ ਹੀ ਪਏ ਹੋ ਤਾਂ ਫਿਰ ਮੋਨੋਪਲੀ ਵਰਗੀ ਟੈਂਡੈਂਸੀ ਜਿਹੜੀ ਆ ਉਹ ਨਹੀਂ ਆਉਂਦੀ, ਕੰਟਰੋਲ 'ਚ ਰਹਿੰਦੀ ਹੈ। ਜਦੋਂ ਕਿਉਂਕਿ ਤੁਸੀਂ ਆਪਣੀ ਕੰਟਰੀ 'ਚ ਤਾਂ ਮੋਨੋਪਲੀ ਆ, ਪਰ ਜਦੋਂ ਤੁਸੀਂ ਇੰਟਰਨੈਸ਼ਨਲ ਟਰੇਡ 'ਚ ਜਾਂਦੇ ਹੋ ਤਾਂ ਮੋਨੋਪਲੀ ਖਤਮ ਹੋ ਕੇ ਕੀ ਬਣ ਜਾਂਦਾ, ਪਰਫੈਕਟ ਕੰਪੀਟੀਸ਼ਨ। ਅਤੇ ਕੰਜ਼ਿਊਮਰ ਨੂੰ ਵੀ ਇਹ ਬੈਨੀਫਿਟ ਹੁੰਦਾ ਕਿ ਕਿਤੋਂ ਵੀ ਕੁਛ ਵੀ ਬੜੀ ਮੰਗਵਾ ਸਕਦਾ ਹੈ, ਇੰਪੋਰਟ ਐਕਸਪੋਰਟ ਕਰ ਸਕਦੇ ਹਾਂ ਆਪਾਂ, ਅਤੇ ਉਹਨੂੰ ਵਰਾਇਟੀ ਜਿਹੜੀ ਉਹ ਮਿਲਦੀ ਹੈ। ਫਿਰ ਐਜ਼ ਅ ਬਿਜ਼ਨਸਮੈਨ ਤੁਸੀਂ ਸੋਚੋ ਤਾਂ ਤੁਹਾਨੂੰ ਵਾਈਡ ਮਾਰਕੀਟ ਹੈ ਜਿਹੜੀ ਮਿਲ ਜਾਂਦੀ ਹੈ। ਫਿਰ ਜਿਹੜੀਆਂ ਚੀਜ਼ਾਂ ਸਸਤੀਆਂ ਪ੍ਰੋਡਿਊਸ ਹੁੰਦੀਆਂ ਪਈਆਂ ਕਿਤੇ, ਉਹ ਤੁਸੀਂ ਜਿਹੜੀਆਂ ਇੰਪੋਰਟ ਕਰ ਸਕਦੇ ਹੋ, ਉਹਨਾਂ ਦਾ ਯੂਜ਼ ਕਰ ਸਕਦੇ ਹੋ। ਫਿਰ ਜਦੋਂ ਤੁਸੀਂ ਜ਼ਿਆਦਾ ਐਕਸਪੋਰਟ ਕਰਨ ਦੇ ਲਈ ਵੀ ਪ੍ਰੋਡਕਸ਼ਨ ਕਰਦੇ ਪਏ ਹੋ ਤਾਂ ਤੁਹਾਡੀ ਆਮਦਨ ਵੀ ਵੱਧਦੀ ਆ, ਤੁਹਾਡੀ ਪ੍ਰੋਡਕਸ਼ਨ ਵੀ ਵੱਧਦੀ ਆ, ਇੰਪਲੋਇਮੈਂਟ ਵੀ ਜਨਰੇਟ ਹੁੰਦੀ ਆ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਅਤੇ ਕਮਿਊਨੀਕੇਸ਼ਨ ਦੇ ਸਾਧਨ ਵੀ ਵੱਧਦੇ, ਕਿਉਂਕਿ ਇੰਪੋਰਟ ਐਕਸਪੋਰਟ ਕਰਾਂਗੇ ਤਾਂ ਆਪਾਂ ਇਹਨਾਂ ਸਾਰਿਆਂ 'ਚ ਵਾਧਾ ਕਰਾਂਗੇ। ਐਂਡ ਉਸ ਤੋਂ ਬਾਅਦ ਅੰਡਰ ਡਿਵੈਲਪ ਕੰਟਰੀਜ਼ ਲਈ ਤਾਂ ਬਹੁਤ ਜ਼ਿਆਦਾ ਹੈਲਪਫੁੱਲ ਆ ਕਿ ਜਿਹੜੀ ਚੀਜ਼ ਆਪਾਂ ਸਸਤੀ ਪ੍ਰੋਡਿਊਸ ਕਰਦੇ ਹਾਂ ਉਹ ਪ੍ਰੋਡਿਊਸ ਕਰੀ ਜਾਂਦੇ ਪਏ, ਆਪਾਂ ਕੱਚਾ ਮਾਲ ਸਾਡੇ ਕੋਲ ਜ਼ਿਆਦਾ ਹੈ ਤਾਂ ਆਪਾਂ ਕੱਚੇ ਮਾਲ ਨੂੰ ਐਕਸਪੋਰਟ ਕਰੀ ਜਾਵਾਂਗੇ, ਅਤੇ ਉਹਦੇ ਨਾਲ ਇਹ ਹੋਏਗਾ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਟਰੇਡ ਆ ਉਹ ਵਧੂਗਾ ਅਤੇ ਸਾਨੂੰ ਉਹਦਾ ਜਿਹੜਾ ਬੈਨੀਫਿਟ ਆ ਉਹ ਮਿਲੂਗਾ। ਨੈਕਸਟ ਜਿਹੜਾ ਹੈਗਾ ਆਰਗੂਮੈਂਟਸ ਇਨ ਅਗੇਂਸਟ ਫਰੀ ਟਰੇਡ ਦੇ ਜਿਹੜੇ ਅਗੇਂਸਟ ਆਰਗੂਮੈਂਟਸ ਆ, ਇਹਦੇ ਵਿੱਚ ਫਰੀ ਟਰੇਡ ਦੀ ਪਾਲਿਸੀ ਵੈਸੇ ਜਦੋਂ ਗ੍ਰੇਟ ਡਿਪਰੈਸ਼ਨ ਆਈ 1930s ਵਾਲੀ, ਉਦੋਂ ਤੋਂ ਫਰੀ ਟਰੇਡ ਦੀ ਪਾਲਿਸੀ ਨੂੰ ਬਹੁਤ ਵਧੀਆ ਨਹੀਂ ਸਮਝਿਆ ਜਾਂਦਾ, ਕਿਉਂਕਿ ਗੌਰਮੈਂਟ ਦੀ ਜਿਹੜੀ ਇੰਟਰਫੇਰੈਂਸ ਆ ਉਹਨੂੰ 1930s ਦੀ ਮਹਾਮੰਦੀ ਤੋਂ ਬਾਅਦ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜ਼ਰੂਰੀ ਸਮਝਿਆ ਜਾਂਦਾ। ਇਸ ਲਈ ਕਿਹਾ ਜਾਂਦਾ ਕਿ ਪਰਫੈਕਟ ਕੰਪੀਟੀਸ਼ਨ ਐਂਡ ਲੈਜ਼ੇ ਫੇਅਰ ਪਾਲਿਸੀ ਹੈ ਜਿਹੜੀ, ਇਹ ਜਿਹੜੀ ਆ ਇਹ ਬਹੁਤੀ ਵਧੀਆ ਨਹੀਂ ਹੈਗੀ। ਸਾਨੂੰ ਗੌਰਮੈਂਟ ਦੀ ਜਿਹੜੀ ਦਖਲਅੰਦਾਜ਼ੀ ਹੈ ਇਹ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਵਨ ਸਾਈਡਡ ਇਕਨੋਮਿਕ ਡਿਵੈਲਪਮੈਂਟ, ਇਹ ਵੀ ਮੰਨਿਆ ਜਾਂਦਾ ਕਿ ਜਦੋਂ ਤੁਸੀਂ ਫਰੀ ਟਰੇਡ ਕਰਦੇ ਹੋ ਤੁਸੀਂ ਇੱਕ ਹੀ ਪ੍ਰੋਡਕਟ ਵਾਰ-ਵਾਰ ਪ੍ਰੋਡਿਊਸ ਕਰੀ ਜਾਓਗੇ, ਜਿਸ 'ਚ ਤੁਹਾਡੀ ਕਾਸਟ ਆਫ ਪ੍ਰੋਡਕਸ਼ਨ ਘੱਟ ਆਉਂਦੀ ਪਈ ਹੈ, ਪਰ ਤੁਹਾਡੀ ਇੰਡਸਟਰੀ ਦੀ ਡਿਵੈਲਪਮੈਂਟ ਨਹੀਂ ਹੋਏਗੀ। ਉਸ ਤੋਂ ਬਾਅਦ ਫਿਰ ਜਦੋਂ ਕੋਈ ਕੰਟਰੋਲ ਹੀ ਨਹੀਂ ਹੈਗਾ, ਕੋਈ ਰਿਸਟ੍ਰਿਕਸ਼ਨਸ ਹੀ ਨਹੀਂ ਹੈਗੀਆਂ, ਤੁਸੀਂ ਹਾਰਮਫੁਲ ਪ੍ਰੋਡਕਟਸ ਆ ਜਿਹੜੇ ਉਹਨਾਂ ਦਾ ਇੰਪੋਰਟ ਐਕਸਪੋਰਟ ਵੀ ਕਰ ਲੈਂਦੇ ਹੋ। ਫਿਰ ਕੱਟ ਥਰੂਟ ਕੰਪੀਟੀਸ਼ਨ ਵੀ ਆ ਜਾਂਦਾ, ਜਦੋਂ ਵਿੱਚ ਕਿਸੇ ਦਾ ਕੋਈ ਕੰਟਰੋਲ ਹੋਵੇ ਹੀ ਨਾ, ਤੁਸੀਂ ਕੰਪੀਟੀਸ਼ਨ 'ਚ ਚਲੇ ਜਾਂਦੇ ਹੋ ਅਤੇ ਉੱਥੇ ਬਹੁਤ ਨੈਗੇਟਿਵ ਸਾਈਡ ਜਿਹੜੀ ਕੰਪੀਟੀਸ਼ਨ ਦੀ ਆ ਜਾਂਦੀ ਹੈ। ਉਸ ਤੋਂ ਬਾਅਦ ਮੋਨੋਪਲੀ, ਬਿਨਾਂ ਸ਼ੱਕ ਅਸੀਂ ਕਹਿ ਦਿੰਦੇ ਹਾਂ ਕਿ ਇੰਟਰਨੈਸ਼ਨਲ ਟਰੇਡ ਜਦੋਂ ਹੋਏਗਾ ਅਤੇ ਉਹਦੇ ਵਿੱਚ ਮੋਨੋਪਲਿਸਟਿਕ ਟੈਂਡੈਂਸੀਜ਼ ਖਤਮ ਹੋ ਜਾਣਗੀਆਂ, ਪਰ ਜੇ ਕਦੋਂ ਖਤਮ ਹੋਣਗੀਆਂ, ਜੇ ਪ੍ਰੋਟੈਕਸ਼ਨ ਵਾਲੀ ਪਾਲਿਸੀ ਹੋਈ। ਫਰੀ ਟਰੇਡ 'ਚ ਉਹ ਖਤਮ ਨਹੀਂ ਹੁੰਦੀਆਂ। ਉਸ ਤੋਂ ਬਾਅਦ ਅਸੀਂ ਇਕਨੋਮਿਕਲੀ, ਕਿਉਂਕਿ ਆਪਾਂ ਤਾਂ ਇੱਕ ਪ੍ਰੋਡਕਟ ਪ੍ਰੋਡਿਊਸ ਕਰਦੇ ਪਏ ਹਾਂ ਅਤੇ ਅਸੀਂ ਇਕਨੋਮਿਕਲੀ ਦੂਜੀ ਕੰਟਰੀਜ਼ 'ਤੇ ਡਿਪੈਂਡੈਂਟ ਹੋ ਜਾਂਦੇ ਹਾਂ, ਅਤੇ ਸਾਡੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਉਹ ਵੀ ਰੁਕ ਜਾਂਦੀ ਹੈ, ਕਿਉਂਕਿ ਆਪਾਂ ਇੱਕ ਹੀ ਤਰ੍ਹਾਂ ਦਾ ਪ੍ਰੋਡਕਟ ਪ੍ਰੋਡਿਊਸ ਕਰਕੇ ਇਕਨੋਮਿਕ ਡਿਵੈਲਪਮੈਂਟ ਨਹੀਂ ਕਰ ਸਕਦੇ। ਫਿਰ ਡੰਪਿੰਗ ਕਰ ਦਿੱਤੀ ਜਾਂਦੀ ਹੈ ਕਿ ਦੂਸਰੇ ਦੇਸ਼ ਦੇ ਵਿੱਚ ਉਹ ਕੰਪੀਟੀਸ਼ਨ ਦੇ ਵਿੱਚ ਹੀ ਕੀਤਾ ਜਾਂਦਾ, ਇਹ ਕੱਟ ਥਰੋਟ ਕੰਪੀਟੀਸ਼ਨ ਹੈ ਜਿਹੜਾ ਗਲਾ ਘੋਟੂ ਪਾਲਿਸੀ, ਉਹਦੇ ਵਿੱਚ ਹੀ ਕੀਤਾ ਜਾਂਦਾ ਕਿ ਦੂਸਰੇ ਦੇਸ਼ ਦੇ ਵਿੱਚ ਆਪਣੀ ਜਿਹੜੇ ਪ੍ਰੋਡਕਟ ਨੂੰ ਇੰਨਾ ਸਸਤਾ ਭੇਜ ਦਿੱਤਾ ਜਾਂਦਾ ਕਿ ਉਹਦੀ ਡੋਮੈਸਟਿਕ ਇੰਡਸਟਰੀ ਆ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ। ਬਿਨਾਂ ਸ਼ੱਕ MNCs ਬਹੁਤ ਵਧੀਆ ਹੈਗੀਆਂ ਸਾਡੀ ਡਿਵੈਲਪਮੈਂਟ ਦੇ ਲਈ, ਪਰ ਇਹਦੇ ਨਾਲ ਹੁੰਦਾ ਕੀ ਹੈ, MNCs ਸਾਡੇ ਲਈ ਵਧੀਆ ਹੈਗੀਆਂ, ਪਰ ਇਹਦੇ ਨਾਲ ਹੁੰਦਾ ਕੀ ਆ ਕਿ ਮਲਟੀਨੈਸ਼ਨਲ ਕਾਰਪੋਰੇਸ਼ਨਸ ਜਿਹੜੀਆਂ ਆ ਉਹ ਪ੍ਰੋਫਿਟ ਦੀ ਫਾਰਮ ਦੇ ਵਿੱਚ ਜਿਹੜਾ ਸਾਰਾ ਪੈਸਾ ਆ ਉਹ ਫੋਰਨ ਕੰਟਰੀ ਨੂੰ, ਆਪਣੀ ਕੰਟਰੀ ਨੂੰ, ਆਪਣੀ ਜਿਹੜੀ ਉਹਨਾਂ ਦੀ ਹੋਮ ਕੰਟਰੀ ਆ ਉੱਥੇ ਨੂੰ ਲੈ ਜਾਂਦੀਆਂ ਹੈਗੀਆਂ। ਨੈਕਸਟ ਜਿਹੜੀ ਪਾਲਿਸੀ ਸੀਗੀ ਉਹ ਸੀਗੀ ਪ੍ਰੋਟੈਕਸ਼ਨ ਪਾਲਿਸੀ। ਪ੍ਰੋਟੈਕਸ਼ਨ ਪਾਲਿਸੀ ਕੀ ਆ, ਇਹ ਇੱਕਦਮ ਫਰੀ ਟਰੇਡ ਦਾ ਉਲਟ ਹੈਗਾ, ਔਰ ਜਿਹੜੀ ਪ੍ਰੋਟੈਕਸ਼ਨ ਪਾਲਿਸੀ ਹੈ 1930s ਦੀ ਮਹਾਮੰਦੀ ਤੋਂ ਬਾਅਦ ਜਿਹੜੀ ਆ ਇਹਦੇ ਬਾਰੇ ਜਿਹੜੇ ਸੋਚਿਆ ਗਿਆ, ਇਹਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਟਰੇਡ ਕਰਦੇ ਹੋ ਉਹਦੇ ਵਿੱਚ ਗਵਰਨਮੈਂਟ ਦਾ ਕੰਟਰੋਲ ਹੋਏਗਾ, ਉਹ 'ਚ ਕੋਟਾ ਸਿਸਟਮ ਹੋਏਗਾ, ਉਹ 'ਚ ਟੈਰਿਫਸ ਜਿਹੜੇ ਹੋਣਗੇ, ਉਹ 'ਚ ਜਿਹੜੇ ਐਕਸਾਈਜ਼ ਡਿਊਟੀਜ਼, ਕਸਟਮ ਡਿਊਟੀਜ਼ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਇਸ ਲਈ ਪ੍ਰੋਫੈਸਰ ਅਨਾਤੁਲ ਮੁਰਾਦ ਕਹਿੰਦੇ ਆ ਕਿ ਦੀ ਪਾਲਿਸੀ ਆਫ ਪ੍ਰੋਟੈਕਟਿੰਗ ਨੈਸ਼ਨਲ ਇੰਟਰਸਟ ਥਰੂ ਰਿਸਟ੍ਰਿਕਸ਼ਨ ਔਨ ਇੰਟਰਨੈਸ਼ਨਲ ਟਰੇਡ ਇਜ਼ ਕਾਲਡ ਪ੍ਰੋਟੈਕਸ਼ਨ। ਅਤੇ ਆਰਗੂਮੈਂਟਸ ਜਿਹੜੇ ਪ੍ਰੋਟੈਕਸ਼ਨ ਦੀ ਪਾਲਿਸੀ ਦੇ ਵਿੱਚ ਫੇਵਰ ਦੇ ਵਿੱਚ ਜਿਹੜੇ ਦਿੱਤੇ ਜਾਂਦੇ ਆ ਉਹ ਹੈਗੇ ਆ, ਸਭ ਤੋਂ ਪਹਿਲਾਂ ਤਾਂ ਵਪਾਰ ਦੀ ਸ਼ਰਤਾਂ ਸੰਬੰਧੀ ਤਰਕ, ਕਿ ਜਦੋਂ ਤੁਸੀਂ ਪ੍ਰੋਟੈਕਸ਼ਨ ਦੀ ਪਾਲਿਸੀ ਕਰਦੇ ਹੋ ਇਹਦੇ 'ਚ ਵੈਸੇ ਦੋ ਤਰ੍ਹਾਂ ਦੇ ਆਰਗੂਮੈਂਟਸ ਆ, ਇੱਕ ਇਕਨੋਮਿਕ ਆਰਗੂਮੈਂਟਸ ਆ, ਇਹ ਇਕਨੋਮਿਕ ਆਰਗੂਮੈਂਟਸ ਦਾ ਪਾਰਟ ਆ ਜਿਹੜਾ ਹੁਣ ਅਸੀਂ ਡਿਸਕਸ ਕਰਨ ਲੱਗੇ ਹਾਂ, ਕਿ ਜਦੋਂ ਤੁਸੀਂ ਟਰੇਡ ਦੀਆਂ ਸ਼ਰਤਾਂ, ਜਦੋਂ ਤੁਸੀਂ ਪ੍ਰੋਟੈਕਸ਼ਨ ਪਾਲਿਸੀ 'ਚ ਤੁਸੀਂ ਟਰੇਡ ਦੀਆਂ ਸ਼ਰਤਾਂ ਤੈਅ ਕਰੋਗੇ, ਅਤੇ ਜੇ ਤੁਹਾਨੂੰ ਸ਼ਰਤਾਂ ਨਹੀਂ ਪਸੰਦ ਤਾਂ ਤੁਸੀਂ ਉਹਦੇ ਨਾਲ ਇੰਪੋਰਟ ਐਕਸਪੋਰਟ ਨਹੀਂ ਕਰੋਗੇ, ਜੇ ਸ਼ਰਤਾਂ ਮਨਜ਼ੂਰ ਹੋਈਆਂ ਤਾਂ ਤੁਸੀਂ ਕਰੋਗੇ। ਉਸ ਤੋਂ ਬਾਅਦ ਬਾਰਗੇਨਿੰਗ ਆਰਗੂਮੈਂਟਸ, ਜਦੋਂ ਅਸੀਂ ਪਹਿਲਾਂ ਹੀ ਕਿਸੇ ਦੇ ਨਾਲ ਆਰਗੂਮੈਂਟ ਜਦੋਂ ਅਸੀਂ ਕਿਸੇ ਦੇ ਨਾਲ ਕੋਈ ਡੀਲ ਸਾਈਨ ਕਰਨੀ ਆ ਅਤੇ ਅਸੀਂ ਜਿਹੜੀ ਬਾਰਗੇਨਿੰਗ ਆਰਗੂਮੈਂਟਸ ਉਹ ਵੀ ਕਰ ਸਕਦੇ ਹਾਂ।
ਐਂਟੀ ਡੰਪਿੰਗ ਵੀ ਕਰ ਸਕਦੇ ਹਾਂ ਕਿ ਜਿਹੜੀ ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਸਤਾ ਪ੍ਰੋਡਕਟ ਸਾਡੀ ਕੰਟਰੀ 'ਚ ਭੇਜਦੇ ਪਏ ਆ, ਉਹਨਾਂ ਦੇ ਖਿਲਾਫ ਅਸੀਂ ਐਂਟੀ ਡੰਪਿੰਗ ਜਿਹੜਾ ਆਰਗੂਮੈਂਟ ਆ ਉਹ ਵੀ ਕਰ ਸਕਦੇ ਹਾਂ, ਔਰ ਇਹਦੇ ਨਾਲ ਆਪਣੀ ਡੋਮੈਸਟਿਕ ਕੰਟਰੀ ਬਚਾ ਸਕਦੇ ਹਾਂ। ਡਿਵਰਸੀਫਿਕੇਸ਼ਨ ਆਰਗੂਮੈਂਟ ਵੀ ਹੋ ਸਕਦਾ ਕਿ ਅਸੀਂ ਅਰਥ ਵਿਵਸਥਾ ਦੇ ਸਾਰੇ ਖੇਤਰਾਂ ਦਾ ਵਿਕਾਸ ਹੋ ਸਕੇ, ਇਸ ਲਈ ਜ਼ਰੂਰੀ ਹੈ ਕਿ ਅਸੀਂ ਖੇਤੀ ਮੈਨੂਫੈਕਚਰਿੰਗ ਉਦਯੋਗਾਂ ਨੂੰ ਵਿਦੇਸ਼ੀ ਮੁਕਾਬਲਿਆਂ ਤੋਂ ਸੁਰੱਖਿਅਤ ਰੱਖੀਏ। ਇਨਫੈਂਟ ਇੰਡਸਟਰੀ ਆਰਗੂਮੈਂਟ ਹੈ ਕਿ ਜਿਹੜੀ ਤੁਹਾਡੀ ਨਵੀਂ ਇੰਡਸਟਰੀ ਸ਼ੁਰੂ ਹੋਈ ਹੈ ਉਹਨੂੰ ਫੋਰਨ ਕੰਪੀਟੀਸ਼ਨ ਤੋਂ ਬਚਾਇਆ ਜਾ ਸਕੇ, ਇਸ ਲਈ ਜਿਹੜੀ ਇੰਡਸਟਰੀ ਤੁਸੀਂ ਆਪਣੀ ਕੰਟਰੀ 'ਚ ਸ਼ੁਰੂ ਕਰਨਾ ਚਾਹੁੰਦੇ ਆ, ਨਵੀਂ ਸ਼ੁਰੂ ਹੋਈ ਆ, ਉਹਦੇ ਜਿਹੜੇ ਸਬਸਟੀਟਿਊਟ ਜਿਹੜੀ ਅਸੀਂ ਉਹਨਾਂ ਦੇ ਇੰਪੋਰਟ ਨੂੰ ਰੋਕ ਸਕਦੇ ਹਾਂ। ਸੋਸ਼ਲੀ ਇੰਪੋਰਟੈਂਟ ਔਰ ਕੀ ਇੰਡਸਟਰੀ ਆਰਗੂਮੈਂਟ ਹੈ ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਤੁਸੀਂ ਡਿਫੈਂਸ, ਲੋਹਾ, ਇਸਪਾਤ ਵਰਗੀਆਂ ਜਿਹੜੀਆਂ ਜਾਂ ਵੱਡੀਆਂ ਮਸ਼ੀਨਾਂ ਬਣਾਉਣ ਵਾਲੇ ਉਦਯੋਗ ਹੈ ਨਾ, ਇਹਦੇ ਲਈ ਤੁਸੀਂ ਫੋਰਨ ਕੰਟਰੀਜ਼ 'ਤੇ ਡਿਪੈਂਡੈਂਟ ਨਹੀਂ ਹੋ ਸਕਦੇ, ਇਸ ਲਈ ਇਹ ਵੀ ਇੱਕ ਆਰਗੂਮੈਂਟ ਹੈ ਕਿ ਅਸੀਂ ਇੰਡਸਟਰੀ ਆਪਣੀ ਲਗਾ ਸਕਦੇ ਹਾਂ। ਇੰਪਲਾਇਮੈਂਟ ਆਰਗੂਮੈਂਟ ਵੀ ਹੈ ਕਿ ਜੇ ਸਾਡੇ ਕੋਲ ਅਸੀਂ ਇੰਪੋਰਟ ਸਬਸਟੀਟਿਊਟ ਕਰਾਂਗੇ, ਅਸੀਂ ਸਾਰੀ ਤਰ੍ਹਾਂ ਦੀ ਇਸ ਤਰ੍ਹਾਂ ਪ੍ਰੋਟੈਕਸ਼ਨ ਪਾਲਿਸੀ ਹੋਏਗੀ ਤਾਂ ਸਾਡੀ ਇੰਪਲਾਇਮੈਂਟ ਜਨਰੇਟ ਹੋਏਗੀ। ਉਸ ਤੋਂ ਬਾਅਦ ਬੈਲੈਂਸ ਆਫ ਟਰੇਡ, ਸਾਡੇ ਇੰਪੋਰਟ ਅਤੇ ਐਕਸਪੋਰਟ ਤਾਂ ਹੀ ਇਕੁਇਲੀਬਰੀਅਮ 'ਚ ਰਹਿਣਗੇ ਜੇ ਕੋਈ ਕੰਟਰੋਲ ਹੋਇਆ। ਅਤੇ ਹਾਈ ਵੇਜ ਡੋਮੈਸਟਿਕ ਗੁੱਡਸ ਆਰਗੂਮੈਂਟ ਆ ਕਿ ਜਿਹੜੀਆਂ ਉੱਚ ਮਜ਼ਦੂਰੀ ਵਾਲੀਆਂ ਘਰੇਲੂ ਵਸਤੂਆਂ ਦਲੀਲ ਹੈ ਕਿ ਉਹ ਚੀਜ਼ਾਂ ਜਿਨ੍ਹਾਂ ਦੇ ਲਈ ਸਾਨੂੰ ਬਹੁਤ ਜ਼ਿਆਦਾ ਮਜ਼ਦੂਰੀ ਦੇਣੀ ਪੈਂਦੀ ਆ, ਉਹਨਾਂ ਨੂੰ ਘੱਟ ਮਜ਼ਦੂਰੀ ਵਾਲੀਆਂ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਿਹੜੀਆਂ ਆ ਉਹਨਾਂ ਦੇ ਨਾਲ ਅਸੀਂ ਰਿਪਲੇਸ ਕਰ ਸਕਦੇ। ਮੀਨਸ ਅਸੀਂ ਜਿਹਦੇ ਲਈ ਸਾਨੂੰ ਬਹੁਤ ਜ਼ਿਆਦਾ ਮਜ਼ਦੂਰੀ ਦੇਣੀ ਪੈਂਦੀ ਆ, ਅਸੀਂ ਇੰਪੋਰਟ ਕਰ ਸਕਦੇ ਹਾਂ ਵਾਲੇ ਪ੍ਰੋਡਕਟ ਫੋਰਨ ਕੰਟਰੀ ਤੋਂ। ਹਾਈ ਵੇਜ ਡੋਮੈਸਟਿਕ ਗੁੱਡਸ ਇਹ ਹੋ ਗਿਆ। ਕੀਪਿੰਗ ਮਨੀ ਐਟ ਹੋਮ ਆਰਗੂਮੈਂਟ, ਅਤੇ ਇਹ ਵੀ ਹੈ ਕਿ ਅਸੀਂ ਇੰਪੋਰਟ ਨੂੰ ਘਟਾ ਕੇ ਆਪਣੀ ਮਨੀ ਨੂੰ ਆਪਣੀ ਕੰਟਰੀ ਦੇ ਵਿੱਚ ਹੀ ਰੱਖ ਸਕਦੇ ਹਾਂ, ਅਸੀਂ ਇੰਪੋਰਟ ਸਬਸਟੀਟਿਊਟ ਕਰਕੇ। ਐਕਸਪੈਂਡਿੰਗ ਹੋਮ ਮਾਰਕੀਟ ਆਰਗੂਮੈਂਟ, ਸੁਰੱਖਿਆ ਦੇ ਸਿੱਟੇ ਵਜੋਂ ਅਸੀਂ ਘਰੇਲੂ ਬਾਜ਼ਾਰ ਨੂੰ ਵੀ, ਡੋਮੈਸਟਿਕ ਮਾਰਕੀਟ ਨੂੰ ਵੀ ਪ੍ਰਮੋਟ ਕਰ ਸਕਦੇ ਹਾਂ। ਇਕੁਅਲ ਪ੍ਰੋਡਕਸ਼ਨ ਕਾਸਟ ਆਰਗੂਮੈਂਟ, ਇਸ ਤਰ੍ਹਾਂ ਦੇ ਵਿੱਚ ਇਹ ਹੈ ਕਿ ਘਰੇਲੂ ਅਤੇ ਵਿਦੇਸ਼ੀ ਵਸਤੂਆਂ ਦੀ ਉਤਪਾਦਨ ਲਾਗਤ ਸਮਾਨ ਜਾਂ ਬਰਾਬਰ ਕਰਕੇ ਵੀ ਆਪਾਂ ਜਿਹੜਾ ਆਪਣੀ ਡੋਮੈਸਟਿਕ ਇੰਡਸਟਰੀ ਉਹਨੂੰ ਪ੍ਰਮੋਟ ਕਰ ਸਕਦੇ ਹਾਂ। ਸੈਲਫ ਸਫੀਸ਼ੀਐਂਸੀ ਵੀ ਤੁਹਾਡੀ ਤਾਂ ਹੀ ਹੋਏਗੀ ਜੇ ਤੁਸੀਂ ਤੁਹਾਡੀ ਫੋਰਨ ਕੰਟਰੀਜ਼ 'ਤੇ ਡਿਪੈਂਡੈਂਸ ਘੱਟ ਹੋਏਗੀ, ਤਾਂ ਉਦੋਂ ਹੀ ਹੈ ਜਦੋਂ ਤੁਹਾਡੀ ਪ੍ਰੋਟੈਕਸ਼ਨ ਪਾਲਿਸੀ ਹੋਏਗੀ, ਤੁਹਾਡੇ ਇੰਪੋਰਟ ਘਟਣਗੇ। ਉਸ ਤੋਂ ਬਾਅਦ ਲਗਜ਼ਰੀ ਗੁੱਡਸ ਆ ਜਿਹੜੀਆਂ ਉਹਨਾਂ ਦਾ ਕੰਟਰੋਲ ਹੋ ਜਾਏਗਾ, ਉਹਨਾਂ ਦਾ ਓਵਰ ਯੂਜ਼ ਨਹੀਂ ਹੋਏਗਾ। ਫੋਰਨ ਕੈਪੀਟਲ ਨੂੰ ਤੁਸੀਂ ਆਪਣੀ ਕੰਟਰੀ 'ਚ ਜਿਹੜੀ ਆ ਪ੍ਰਮੋਟ ਕਰ ਸਕਦੇ ਆ। ਉਸ ਤੋਂ ਬਾਅਦ ਨੈਕਸਟ ਹੈਗਾ ਸੀਗਾ ਤੁਹਾਡੀ ਜਿਹੜੀ ਸੇਵਿੰਗ ਆ ਉਹਦੇ ਜਿਹੜੇ ਵਧਣ ਦੇ ਚਾਂਸਸ ਜਿਹੜੇ ਆ ਉਹ ਰਹਿੰਦੇ ਆ। ਅਤੇ ਨੋਨ ਇਕਨੋਮਿਕ ਫੈਕਟਰਸ ਦੇ ਵਿੱਚ ਇਹ ਹੈ ਕਿ ਡਿਫੈਂਸ ਆਰਗੂਮੈਂਟ ਆ ਕਿ ਤੁਸੀਂ ਡਿਫੈਂਸ ਵਰਗੀਆਂ ਚੀਜ਼ਾਂ ਲਈ ਥੋੜ੍ਹੀ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰ ਸਕਦੇ ਹੋ, ਉਹਦੇ ਵਿੱਚ ਵੀ ਤੁਹਾਨੂੰ ਡਿਫੈਂਸ ਦੇ ਵਿੱਚ ਵੀ ਸਹਾਇਤਾ ਮਿਲਦੀ ਹੈ। ਉਸ ਤੋਂ ਬਾਅਦ ਸੰਭਾਲ ਆਰਗੂਮੈਂਟ ਆ ਕਿ ਰਾਸ਼ਟਰ ਜਾਂ ਜਨਸੰਖਿਆ ਦੇ ਨਿਸ਼ਚਿਤ ਵਰਗਾਂ ਅਤੇ ਨਿਸ਼ਚਿਤ ਕੰਮ ਜਾਂ ਧੰਦਿਆਂ ਦੇ ਖਾਸ ਲੱਛਣ ਨੂੰ ਸੁਰੱਖਿਅਤ ਕਰਨ ਲਈ ਵੀ ਸੁਰੱਖਿਆ ਨੀਤੀ ਅਪਣਾਈ ਜਾ ਸਕਦੀ ਹੈ। ਨੈਸ਼ਨਲਿਜ਼ਮ ਆਰਗੂਮੈਂਟ ਕੀ ਹੈ ਕਿ ਤੁਹਾਡੀ ਜਿਹੜੀ ਸਵਦੇਸ਼ੀ ਦੀ ਭਾਵਨਾ ਆ ਜਿਹੜੀ ਉਹ ਬਣਾਈ ਜਾ ਸਕਦੀ ਹੈ। ਉਸ ਤੋਂ ਬਾਅਦ ਆਰਗੂਮੈਂਟਸ ਅਗੇਂਸਟ ਜਿਹੜੇ ਹੈਗੇ ਆ ਪ੍ਰੋਟੈਕਸ਼ਨ ਪਾਲਿਸੀ ਦੇ, ਇਹਦੇ ਵਿੱਚ ਹੈ ਕਿ ਮੈਕਸੀਮਮ ਸੋਸ਼ਲ ਐਡਵਾਂਟੇਜ ਨਹੀਂ ਹੁੰਦਾ, ਤੁਸੀਂ ਇੱਕ ਕੋਟਾ ਫਿਕਸ ਕਰ ਦਿੰਦੇ ਹੋ ਜਾਂ ਟੈਰਿਫਸ ਲਗਾ ਦਿੰਦੇ ਹੋ, ਉਹਦੇ ਨਾਲ ਸੋਸ਼ਲੀ ਵੈਲਫੇਅਰ ਆ ਜਿਹੜਾ ਸੋਸ਼ਲ ਐਡਵਾਂਟੇਜ ਉਹ 'ਤੇ ਸਾਈਡ ਇਫੈਕਟ, ਉਹ 'ਤੇ ਬੈਡ ਇੰਪੈਕਟ ਪੈਂਦਾ। ਕੰਜ਼ਿਊਮਰ ਨੂੰ ਵਰਾਇਟੀ ਨਹੀਂ ਮਿਲਦੀ ਅਤੇ ਰਿਸੋਰਸਿਸ ਦਾ ਜਿਹੜਾ ਪ੍ਰੋਪਰ ਯੂਜ਼ ਨਹੀਂ ਹੋ ਪਾਉਂਦਾ। ਇਨਕਰੇਜਮੈਂਟ ਟੂ ਇਨਐਫੀਸ਼ੀਐਂਟ ਐਂਡ ਵੀਕ ਐਂਟਰਪ੍ਰਾਈਜ਼ਸ, ਕਿਉਂਕਿ ਜਿਹਨੂੰ ਗੌਰਮੈਂਟ ਕਹਿ ਦੇਗੀ ਕਿ ਅਸੀਂ ਇੰਟਰਨੈਸ਼ਨਲ ਟਰੇਡ ਕਰਨਾ ਉਹੀ ਕਰੇਗਾ, ਜਿਹਨੂੰ ਗੌਰਮੈਂਟ ਪ੍ਰਮੋਟ ਕਰੂਗੀ ਉਹੀ ਪ੍ਰਮੋਟ ਹੋਏਗਾ। ਉਹਦੇ ਨਾਲ ਕਈ ਵਾਰ ਇਨਐਫੀਸ਼ੀਐਂਟ ਜਾਂ ਵੀਕ ਐਂਟਰਪ੍ਰਾਈਜ਼ਸ ਵੀ ਪ੍ਰਮੋਟ ਹੋ ਜਾਂਦੇ ਆ। ਉਸ ਤੋਂ ਬਾਅਦ ਫੋਰਨ ਟਰੇਡ ਦੇ ਵਿੱਚ ਕਮੀ ਵੀ ਆ ਜਾਂਦੀ ਹੈ ਜਦੋਂ ਰੋਕਾਂ ਆ ਜਾਂਦੀਆਂ ਵਿੱਚ, ਫਿਰ ਧਨ ਦੀ ਵੰਡ ਵੀ ਜਿਹੜੀ ਇਕੁਅਲ ਨਹੀਂ ਹੁੰਦੀ ਕਿਉਂਕਿ ਗੌਰਮੈਂਟ ਤੋਂ ਪਰਮਿਸ਼ਨ ਉਹੀ ਲੈ ਲਏਗਾ ਜੇ ਕੋਈ ਪਹਿਲੀ ਧਨ ਆ। ਉਸ ਤੋਂ ਬਾਅਦ ਕਰਪਸ਼ਨ ਵੀ ਇਹਦੇ ਨਾਲ ਵੱਧ ਸਕਦੀ ਹੈ। ਉਸ ਤੋਂ ਬਾਅਦ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ ਜਿਹੜੀ ਉਹ ਵੀ ਵੱਧਦੀ ਹੈ, ਤੁਸੀਂ ਇੱਕ ਦੇਸ਼ ਨਾਲ ਵਪਾਰ ਕਰਦੇ ਪਏ ਹੋ ਦੂਜੇ ਨਾਲ ਨਹੀਂ ਕਰਦੇ ਪਏ। ਉਸ ਤੋਂ ਬਾਅਦ ਕੰਪੈਰੇਟਿਵ ਕਾਸਟ ਥਿਊਰੀ ਨੂੰ ਇਗਨੋਰ ਕੀਤਾ ਜਾਂਦਾ ਕਿ ਜਿਹੜਾ ਪ੍ਰੋਡਕਟ ਸਸਤਾ ਪ੍ਰੋਡਿਊਸ ਹੁੰਦਾ ਅਸੀਂ ਉਹੀ ਪ੍ਰੋਡਿਊਸ ਨਹੀਂ ਕਰਦੇ, ਸਗੋਂ ਕਈ ਵਾਰ ਦੂਸਰਾ ਕਰਦੇ ਹਾਂ ਜਿੱਦਾਂ ਗੌਰਮੈਂਟ ਕਹਿੰਦੀ ਹੈ। ਉਸ ਤੋਂ ਬਾਅਦ ਐਫੀਸ਼ੀਐਂਟ ਇੰਡਸਟਰੀਜ਼ ਆ ਜਿਹੜੀਆਂ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਮਿਲਦੀ। ਮੋਨੋਪੋਲਿਸਟਿਕ ਟੈਂਡੈਂਸੀ ਇਹਦੇ ਨਾਲ ਫਿਰ ਵੱਧ ਜਾਂਦੀਆਂ ਆ। ਉਸ ਤੋਂ ਬਾਅਦ ਫੇਅਰ ਕੰਪੀਟੀਸ਼ਨ ਜਿਹੜਾ ਉਹ ਨਹੀਂ ਰਹਿੰਦਾ ਕਿਉਂਕਿ ਜੇ ਤੁਸੀਂ ਕਿਸੇ ਦੇਸ਼ ਦੇ ਲਈ ਜ਼ਿਆਦਾ ਟੈਕਸ ਵਧਾਇਆ ਉਹ ਤੁਹਾਡੇ ਲਈ ਵਧਾ ਦੇਗਾ, ਜੇ ਕਿਸੇ ਨੇ ਤੁਸੀਂ ਜ਼ਿਆਦਾ ਟੈਕਸ ਲਗਾਇਆ ਉਹ ਤੁਹਾਡੇ ਲਈ ਲਗਾ ਦੇਗਾ, ਜੇ ਤੁਸੀਂ ਕਿਸੇ ਲਈ ਕੋਟਾ ਫਿਕਸ ਕੀਤਾ ਉਹ ਤੁਹਾਡੇ ਲਈ ਕਰ ਲਏਗਾ। ਇਹਦੇ ਨਾਲ ਤੁਹਾਡੀ ਜਿਹੜੀ ਕੰਪੀਟੀਸ਼ਨ ਆ ਉਹ ਵਧੇਗਾ ਅਤੇ ਬਜ਼ਾਰ ਵਿਰੋਧ ਦੀ ਭਾਵਨਾ ਜਿਹੜੀ ਆ ਉਹ ਜ਼ਿਆਦਾ ਹੋ ਜਾਏਗੀ। ਅਤੇ ਇਹ ਸੀਗੇ ਇੰਟਰਨੈਸ਼ਨਲ ਟਰੇਡ ਪ੍ਰੋਟੈਕਸ਼ਨ ਪਾਲਿਸੀ ਦੇ ਅਗੇਂਸਟ ਜਿਹੜੇ ਪੁਆਇੰਟਸ ਦਿੱਤੇ ਜਾਂਦੇ ਆ। ਨੈਕਸਟ ਆਪਾਂ ਕੱਲ੍ਹ ਦੇ ਨੈਕਸਟ ਟੋਪਿਕ 'ਚ ਕਰਾਂਗੇ। ਥੈਂਕ ਯੂ ਸੋ ਮਚ।